ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਇੱਕ ਵਾਰ ਦਿਖਾ ਦਿੰਦੇ ਹਾਂਗੇ ਵੀ ਇਹ ਬਠਿੰਡਾ ਦੇ ਵਿੱਚ ਇਹ ਯੂਨਿਟ ਹੈ ਜਿਹੜੀ ਕਿ ਜਿੱਥੇ ਆਕਸੀਜਨ ਸਿਲੰਡਰ ਜਿਹੜੇ ਨੇ ਉਹ ਫਿਲ ਕੀਤੇ ਜਾ ਰਹੇ ਨੇ। ਤੁਸੀਂ ਸਿਲੰਡਰ ਭੇਜੋ, ਕੋਈ ਐਮਰਜੈਂਸੀ ਹੋਵੇ ਤੁਸੀਂ ਸਿਲੰਡਰ ਭੇਜੋ, ਅਸੀਂ ਰੀਫਿਲ ਕਰਕੇ ਵਿਦਿਨ ਹਾਫ ਐਨ ਆਵਰ ਤੁਹਾਨੂੰ ਸਿਲੰਡਰ ਦੇਵਾਂਗੇ। 15-20 ਮਿੰਟਸ ਵਿੱਚ ਵੀ ਅਸੀਂ ਦੇ ਰਹੇ ਹਾਂ, ਪਰ ਮੈਂ ਕਹਿੰਦਾ ਵਿਦਿਨ ਹਾਫ ਐਨ ਆਵਰ ਯੂ ਵਿਲ ਗੈਟ ਦ ਸਿਲੰਡਰਸ ਬੈਕ ਇਨ ਯੂਰ ਹਸਪੀਟਲ। ਕੋਰੋਨਾ ਦੇ ਲਗਾਤਾਰ ਕੇਸਾਂ ਦੇ ਵਿੱਚ ਹੋ ਰਹੇ ਇਜ਼ਾਫੇ ਨੂੰ ਲੈ ਕੇ ਕਾਫੀ ਸਥਿਤੀ ਗੰਭੀਰ ਬਣੀ ਹੋਈ ਹੈਗੀ ਤੇ ਇਸ ਦੇ ਵਿੱਚ ਜਿਹੜੀ ਸਥਿਤੀ ਨੂੰ ਲੈ ਕੇ ਹੁਣ ਸਰਕਾਰਾਂ ਵੀ ਕਾਫੀ ਚਿੰਤਿਤ ਬਣੀਆਂ ਹੋਈਆਂ ਨੇ, ਭਾਵੇਂ ਉਹ ਪੰਜਾਬ ਸਰਕਾਰ ਹੈ ਭਾਵੇਂ ਉਹ ਸਾਡੇ ਦੇਸ਼ ਦੀ ਸਰਕਾਰ ਹੈ। ਤੇ ਸਰਕਾਰ ਦੇ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਕਿ ਇਸ ਕੋਰੋਨਾ ਮਹਾਮਾਰੀ ਦੀ ਸਥਿਤੀ ਦੇ ਉੱਤੇ ਕੰਟਰੋਲ ਕੀਤਾ ਜਾ ਸਕੇ, ਪਰ ਦੂਸਰੇ ਪਾਸੇ ਇਹ ਸਥਿਤੀ ਇਹ ਵੀ ਬਣੀ ਹੋਈ ਹੈ ਕਿ ਕਈ ਜਿਹੜੇ ਦੇਸ਼ ਦੇ ਕਈ ਸੂਬਿਆਂ ਦੇ ਵਿੱਚ ਉਹ ਸਥਿਤੀ ਇਹ ਹਸਪੀਟਲ ਦੇ ਵਿੱਚ ਬਣੀ ਹੋਈ ਹੈ ਕਿ ਆਕਸੀਜਨ ਦੀ ਕਮੀ ਦੱਸੀ ਜਾ ਰਹੀ ਹੈਗੀ ਕਿ ਉਹ ਵਾਕਈ ਦੇ ਵਿੱਚ ਆਕਸੀਜਨ ਦੀ ਕਮੀ ਹੈ, ਜਿਸ ਦੇ ਕਰਕੇ ਸਥਿਤੀ ਪੈਂਡੇਮਿਕ ਬਣੀ ਹੋਈ ਹੈਗੀ। ਇਸ ਨੂੰ ਐਨਾਲਾਈਜ਼ ਕਰਨ ਦੀ ਜ਼ਰੂਰਤ ਹੈ ਕਿ ਇਸ ਕੋਰੋਨਾ ਮਹਾਮਾਰੀ ਨੂੰ ਲੈ ਕੇ ਇੱਕ ਸਥਿਤੀ ਹੋਰ ਵੀ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਵੀ ਜਿੱਦਾਂ ਹੁਣ ਇਹ ਕੋਰੋਨਾ ਮਹਾਮਾਰੀ ਵਾਕਈ ਦੇ ਵਿੱਚ ਇੰਨੀ ਜ਼ਿਆਦਾ ਖਤਰਨਾਕ ਹੈ ਕਿ ਇਸ ਦੇ ਨਾਲ ਲਗਾਤਾਰ ਮੌਤਾਂ ਹੋ ਰਹੀਆਂ ਨੇ। ਸਾਡੇ ਪੱਤਰਕਾਰ ਭਾਈਚਾਰੇ ਦੇ ਵੱਲੋਂ ਵੀ ਇਹ ਦੱਸਿਆ ਜਾ ਰਿਹਾ ਹੈ ਕਿ ਵੀ ਲਗਾਤਾਰ ਕਿ ਕੋਰੋਨਾ ਮਹਾਮਾਰੀ ਦੇ ਕਾਰਨ ਅੱਜ ਇੰਨੀਆਂ ਮੌਤਾਂ ਹੋ ਗਈਆਂ ਨੇ, ਪਰ ਲੇਕਿਨ ਇਹ ਵੀ ਦੱਸਣਾ ਸਭ ਤੁਹਾਡੇ ਵਾਸਤੇ ਜ਼ਰੂਰੀ ਹੈ ਕਿ ਜੇਕਰ ਕੋਰੋਨਾ ਦੇ ਪੋਜ਼ਿਟਿਵ ਹੋਣ ਦੇ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਨੇ ਤੇ ਉਹਦੇ ਵਿੱਚ ਇਹ ਵੀ ਦਿਖਾਉਣਾ ਜ਼ਰੂਰੀ ਆ ਕਿ ਕਿੰਨੇ ਪੇਸ਼ੈਂਟ ਜਿਹੜੇ ਨੇ ਉਹ ਠੀਕ ਹੋ ਕੇ ਗਏ ਨੇ, ਕਿਉਂਕਿ ਬਠਿੰਡਾ ਦੇ ਵਿੱਚ ਬੀਤੇ ਦਿਨੀ 445 ਮਾਮਲੇ ਇੱਕ ਦਿਨ ਦੇ ਵਿੱਚ ਯਾਨੀ 24 ਘੰਟਿਆਂ ਦੇ ਵਿੱਚ ਸਾਹਮਣੇ ਆਈ ਸੀ ਤੇ ਸਥਿਤੀ ਇਹ ਵੀ ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚੋਂ 325 ਪੇਸ਼ੈਂਟ ਕੋਰੋਨਾ ਦੇ ਠੀਕ ਵੀ ਹੋ ਕੇ ਗਏ ਨੇ। ਇਹ ਇੱਕ ਚੰਗੀ ਕੋਸ਼ਿਸ਼ ਸੀਗੀ, ਜਿਹੜੀ ਕਿ ਇੱਕ ਚੰਗਾ ਸੁਨੇਹਾ ਸੀਗਾ ਕਿ ਇਸ ਦੇ ਨਾਲ ਠੀਕ ਹੋਣ ਦੀ ਰੇਸ਼ੋ ਵੀ ਜਿਹੜੀ ਹੈਗੀ ਉਹ ਚੰਗੀ ਆ। ਤੇ ਦੂਸਰੇ ਪਾਸੇ ਜਿਹੜੀ ਗੱਲ ਅਸੀਂ ਆਕਸੀਜਨ ਦੀ ਕਰ ਰਹੇ ਹਾਂ ਕਿ ਜਿਹੜੀ ਆਕਸੀਜਨ ਦੀ ਘਾਟ ਦੀ ਗੱਲ ਜਿਹੜੀ ਬਾਕੀ ਸੂਬਿਆਂ ਦੇ ਵਿੱਚੋਂ ਆ ਰਹੀ ਆ, ਸਾਨੂੰ ਵੇਖਣ ਨੂੰ ਮਿਲ ਰਹੀ ਆ। ਦਿੱਲੀ ਵਰਗੇ ਸਟੇਟ ਦੇ ਵਿੱਚ ਆਕਸੀਜਨ ਦੀ ਕਮੀ ਦੇ ਕੇਸਿਸ ਸੁਣਨ ਨੂੰ ਮਿਲ ਰਹੇ ਨੇ, ਹਸਪੀਟਲ ਦੇ ਵਿੱਚ ਕਹਿੰਦੇ ਨੇ ਕਿ ਆਕਸੀਜਨ ਨਹੀਂ ਆ। ਪਰ ਇਸ ਪੂਰੇ ਮਾਮਲੇ ਨੂੰ ਲੈ ਕੇ ਅਸੀਂ ਤੁਹਾਡੇ ਤੱਕ ਇਹ ਜਾਣਕਾਰੀ ਲੈ ਕੇ ਪਹੁੰਚ ਰਹੇ ਹਾਂ ਤੇ ਇਸ ਨੂੰ ਲੈ ਕੇ ਅਸੀਂ ਬਠਿੰਡਾ ਦੇ ਵਿੱਚ ਮੌਜੂਦ ਹਾਂ, ਜਿੱਥੇ ਜਿਹੜੀ 2 ਦਿਨਾਂ ਤੋਂ ਜਿਹੜੀ ਇੱਕ ਸਿਲੰਡਰ ਫਿਲਿੰਗ ਦਾ ਕੰਮ ਕੀਤਾ ਜਾ ਰਿਹਾ ਆਕਸੀਜਨ ਦੇ ਜਿਹੜੇ ਸਿਲੰਡਰ ਨੇ। ਤੇ ਇਸ ਪੂਰੀ ਜਾਣਕਾਰੀ ਨੂੰ ਲੈ ਕੇ ਅਸੀਂ ਤੁਹਾਡੇ ਤੱਕ ਇਹ ਸਾਰੀ ਪੂਰੀ ਜਾਣਕਾਰੀ ਦੇਵਾਂਗੇ ਕਿ ਕਿਸ ਤਰੀਕੇ ਦੇ ਨਾਲ ਆਕਸੀਜਨ ਤੇ ਸਿਲੰਡਰ ਨੂੰ ਲੈ ਕੇ ਸਥਿਤੀ ਇਸ ਵੇਲੇ ਬਣੀ ਹੋਈ ਹੈਗੀ। ਮੈਂ ਇੱਕ ਵਾਰ ਤੁਹਾਨੂੰ ਇਹ ਪਲਾਂਟ ਦਿਖਾ ਦੇਣਾ ਚਾਹਾਂਗਾ ਕਿ ਇਹ ਪਲਾਂਟ ਜਿਹੜਾ ਹੈਗਾ ਇਹ 2 ਦਿਨ ਪਹਿਲਾਂ ਯਾਨੀ 2-3 ਦਿਨ ਪਹਿਲਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਇਹ ਓਪਨ ਕਰਵਾਇਆ ਗਿਆ। ਇਹ ਜਿਹੜਾ ਪਲਾਂਟ ਹੈ ਇਹ ਮਾਲਵੇ ਪਹਿਲਾ ਪਲਾਂਟ ਆ ਜਿੱਥੇ ਆਕਸੀਜਨ ਰੀਫਿਲ ਕੀਤੀ ਜਾਂਦੀ ਹੈਗੀ, ਆਕਸੀਜਨ ਸਿਲੰਡਰ ਭਰੇ ਜਾਂਦੇ ਨੇ ਇੱਥੇ। ਇਹ ਲਗਾਤਾਰ ਕੰਮ ਹੋ ਰਿਹਾ ਹੈਗਾ ਇੱਥੇ ਤੇ ਇਸ ਨੂੰ ਲੈ ਕੇ ਜਿਹੜੇ ਇਸ ਪਲਾਂਟ ਦੇ ਐਮਡੀ ਨੇ, ਮੈਨੇਜਿੰਗ ਡਾਇਰੈਕਟਰ ਨੇ ਹੈਰੀ ਜੀ, ਮੈਂ ਇਹ ਸਾਰੀ ਸਥਿਤੀ ਨੂੰ ਲੈ ਕੇ ਤੁਹਾਡੇ ਤੱਕ ਅਸੀਂ ਰੂਬਰੂ ਹੋ ਕੇ ਗੱਲਬਾਤ ਵੀ ਕਰਾਂਗੇ ਤੇ ਕੀ ਸਥਿਤੀ ਹੈ, ਕਿੰਨੇ ਸਿਲੰਡਰ ਇੱਥੋਂ ਜਾ ਰਹੇ ਨੇ ਰੋਜ਼ ਤੇ ਬਠਿੰਡਾ ਦੇ ਵਿੱਚ ਸਿਲੰਡਰ ਦੀ ਕਿੰਨੀ ਕੁ ਕਮੀ ਜਿਹੜੀ ਹੈਗੀ ਆ ਉਸ ਨੂੰ ਕਿਸ ਤਰੀਕੇ ਨਾਲ ਪੂਰਾ ਕਰ ਰਹੇ ਨੇ। ਹੈਰੀ ਸਾਹਿਬ, ਸਵਾਗਤ ਹੈ ਤੁਹਾਡਾ ਔਨ 에ਅਰ ਦੇ ਉੱਤੇ। ਔਨ 에ਅਰ ਦੇ ਸਾਰੇ ਵਿਊਅਰਸ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਬੀ ਸੇਫ, ਸਾਰੇ ਆਪਣੇ ਘਰ ਠੀਕ ਠਾਕ ਰਹਿਣ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬਠਿੰਡੇ ਦੇ ਹਰ ਹਸਪੀਟਲ ਹਰ ਪਾਸੇ ਅਸੀਂ ਆਪਣੇ ਸਿਲੰਡਰ ਪਹੁੰਚਾਈਏ। ਕਿਸੇ ਬਠਿੰਡੇ ਦੇ ਕਿਸੇ ਵੀ ਹਸਪਤਾਲ 'ਚ ਜਾਂ ਕਿਸੇ ਦੀ ਵੀ ਘਰ ਦੇ ਵਿੱਚ ਜਿਹੜੇ ਵਰਤ ਰਹੇ ਨੇ ਆਕਸੀਜਨ ਦੇ ਸਿਲੰਡਰ, ਕਿਸੇ ਨੂੰ ਵੀ ਆਕਸੀਜਨ ਦੀ ਕਮੀ ਨਾ ਆਵੇ। ਬਿਲਕੁਲ, ਦੇਖੋ ਸਿਲੰਡਰ ਦੀ ਕਮੀ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚੋਂ ਇਹ ਮਾਮਲੇ ਵੇਖਣ ਨੂੰ ਮਿਲ ਰਹੇ ਨੇ ਕਿ ਹਸਪੀਟਲਸ ਦੇ ਵਿੱਚ ਸਿਲੰਡਰ ਨਹੀਂ ਮਿਲ ਰਹੇ ਨੇ, ਕਹਿ ਰਹੇ ਨੇ ਕਿ ਆਕਸੀਜਨ ਦੇ। ਪਰ ਇਸ ਨੂੰ ਲੈ ਕੇ ਤੁਹਾਡੇ ਵੱਲੋਂ ਇਹ ਪਲਾਂਟ ਜਿੱਦਾਂ ਹੈ ਤੁਸੀਂ 2-3 ਦਿਨ ਪਹਿਲਾਂ ਓਪਨ ਕੀਤਾ, ਇਹ ਪੂਰਾ ਮਾਹੌਲ ਨੂੰ ਲੈ ਕੇ ਕੀਤਾ ਗਿਆ ਹੈ? ਨਹੀਂ ਸਰ, ਐਕਚੁਅਲੀ ਅਸੀਂ ਇਹ ਪਲਾਂਟ ਜਿਹੜਾ ਸੀਗਾ ਕੋਈ ਕੋਵਿਡ ਕਰਕੇ ਸੋਚ ਕੇ ਨਹੀਂ ਸੀ ਲਗਾਇਆ। ਇਹ ਇੱਕ ਸਿਚੁਏਸ਼ਨ ਇਹੋ ਜਿਹੀ ਹੁਣ ਆ ਗਈ ਕਿ ਅਸੀਂ ਇਹ ਪਲਾਂਟ ਕੱਲ੍ਹ ਹੀ ਚਾਲੂ ਕੀਤਾ ਸੀਗਾ। ਪਹਿਲੇ ਸਾਡਾ ਉਪਰਾਲਾ ਸੀਗਾ ਇਸ ਪਲਾਂਟ ਨੂੰ ਚਾਲੂ ਕਰਨ ਦਾ 1 ਤਰੀਕ ਦਾ 1 ਮਈ ਦਾ ਸਰ, ਬਟ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੋਂ ਸਾਨੂੰ ਬਹੁਤ ਜ਼ਿਆਦਾ ਪ੍ਰੈਸ਼ਰ ਆਇਆ ਕਿ ਇਸ ਪਲਾਂਟ ਨੂੰ ਇਮੀਡੀਏਟਲੀ ਚਾਲੂ ਕੀਤਾ ਜਾਵੇ ਤੇ ਅਸੀਂ ਪਰਸੋਂ ਇਹਦੀ ਜਿਹੜੀ ਟਰਾਇਲ ਪ੍ਰੋਡਕਸ਼ਨ ਚਾਲੂ ਕੀਤੀ ਸੀਗੀ, ਜਿਹਦੇ ਵਿੱਚ ਅਸੀਂ ਕੱਲ੍ਹ ਰਾਤ ਨੂੰ ਸਾਡੇ ਕੋਲ ਬਹੁਤ ਜ਼ਿਆਦਾ ਕੱਲ੍ਹ ਦੁਪਹਿਰ ਤੋਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਸਾਨੂੰ ਮਤਲਬ ਇੱਥੇ ਆ ਕੇ ਸਾਨੂੰ ਸਹਿਯੋਗ ਦੇ ਕੇ ਸਾਨੂੰ ਇਸ ਦੀ ਮੈਡੀਕਲ ਦੀ ਅਪਰੂਵਲ ਗ੍ਰਾਂਟ ਕੀਤੀ ਗਈ ਕੱਲ੍ਹ ਰਾਤ ਨੂੰ 9 ਵਜੇ। ਮੈਡੀਕਲ ਗ੍ਰੇਡ ਆਕਸੀਜਨ ਜਿਹੜੀ ਅਸੀਂ ਬਣਾ ਰਹੇ ਹਾਂ ਹੁਣ ਇਹ 100% ਹੁਣ ਹਸਪੀਟਲ ਸਪਲਾਈਜ਼ ਵਾਸਤੇ ਜਾ ਰਹੀ ਹੈ। ਜਿੱਦਾਂ ਕੋਈ ਜਿਹੜੀਆਂ ਫੈਕਟਰੀਜ਼ ਨੇ ਜਾਂ ਜਿਹੜੀਆਂ ਇੰਡਸਟਰੀਅਲ ਏਰੀਆ ਉੱਥੇ ਵੀ ਜਾਂਦਾ ਸੀਗਾ, ਉੱਥੋਂ ਬਿਲਕੁਲ ਬੰਦ ਕਰ ਦਿੱਤੇ ਸਪਲਾਈ? ਬਿਲਕੁਲ ਸਰ, ਸਾਰੀ ਸਪਲਾਈਜ਼ ਇੰਡਸਟਰੀਅਲ ਨੂੰ ਬੰਦ ਨੇ। ਇਹ ਮਾਲਵੇ ਦਾ ਪਹਿਲਾ 에ਅਰ ਸੈਪਰੇਸ਼ਨ ਯੂਨਿਟ ਹੈ। ਬਠਿੰਡਾ, ਗਿੱਦੜਬਾਹਾ, ਮਲੋਟ, ਫਾਜ਼ਿਲਕਾ, ਕੋਟਕਪੂਰਾ, ਫਰੀਦਕੋਟ ਇੱਥੇ ਕੋਈ ਵੀ ਇਹੋ ਜਿਹਾ ਯੂਨਿਟ ਨਹੀਂ ਲੱਗਿਆ ਹੋਇਆ ਸੀਗਾ ਤੇ ਇਹ ਪਹਿਲਾ ਯੂਨਿਟ ਹੈ। ਸੋ ਉਧਰੋਂ ਵੀ ਅਸੀਂ ਕੋਆਰਡੀਨੇਟ ਕਰ ਰਹੇ ਹਾਂ। ਡੀਸੀ ਸਾਹਿਬ ਦੀ ਜਿਹੜੀ ਸਾਡੇ ਕੋਲ ਆਂਦੀ ਹੈ ਕਿ ਆਹ ਗੱਡੀਆਂ ਨੂੰ ਅਸੀਂ ਮੂਵਮੈਂਟ ਦਈਏ
ਜਿਨ੍ਹਾਂ ਨੂੰ ਨੈਸੈਸਿਟੀ ਹੈ ਅਸੀਂ ਉਹਨਾਂ ਨੂੰ ਵੀ ਮੂਵਮੈਂਟ ਦੇ ਰਹੇ ਹਾਂ। ਇਹ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਇੱਕ ਵਾਰ ਦਿਖਾ ਦਿੰਦੇ ਹਾਂਗੇ ਵੀ ਇਹ ਬਠਿੰਡਾ ਦੇ ਵਿੱਚ ਇਹ ਯੂਨਿਟ ਹੈ ਜਿਹੜੀ ਕਿ ਜਿੱਥੇ ਆਕਸੀਜਨ ਸਿਲੰਡਰ ਜਿਹੜੇ ਨੇ ਉਹ ਫਿਲ ਕੀਤੇ ਜਾ ਰਹੇ ਨੇ। ਹੈਰੀ ਸਰ, ਇਹ ਕਿੰਨੇ ਕਪੈਸਿਟੀ ਹੈ ਤੁਹਾਡੇ ਇਸ ਸਿਲੰਡਰ ਫਿਲ ਕਰਨ ਦੀ? ਸਰ ਅਸੀਂ ਡੇਲੀ ਦਾ ਇੱਥੇ 500 ਤੋਂ 550 ਸਿਲੰਡਰ ਰੀਫਿਲ ਕਰ ਰਹੇ ਹਾਂ। ਇਸ ਪਲਾਂਟ ਦਾ ਅਸੀਂ ਪਲਾਂਟ 1 ਮਿੰਟ ਵਾਸਤੇ ਵੀ ਰੋਕ ਨਹੀਂ ਸਕਦੇ। ਦ ਫਿਲਿੰਗ ਹੈਜ਼ ਟੂ ਗੋ ਔਨ ਕੰਟੀਨਿਊਸਲੀ ਤੇ ਡੇਲੀ ਸਾਨੂੰ 550 600 ਸਿਲੰਡਰ ਐਡਮਿਨਿਸਟ੍ਰੇਸ਼ਨ ਨੇ ਪ੍ਰੋਮਿਸ ਕੀਤਾ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ ਤੇ ਯੂ ਰਨ ਦਿਸ ਪਲਾਂਟ 24/7 ਫॉर ਹਸਪੀਟਲ ਸਪਲਾਈਜ਼। ਤੁਹਾਡੇ ਵੱਲੋਂ ਤੁਹਾਡੇ ਕੋਲ ਹੁਣ ਆਰਡਰ ਕਿੱਥੋਂ ਆ ਰਹੇ ਨੇ ਜਿਹੜੇ ਹਸਪੀਟਲ ਦੀ ਰਿਕੁਆਇਰਮੈਂਟ ਕਿੱਥੋਂ? ਬਿਲਕੁਲ ਸਰ, ਸਾਰੇ ਜਿਹੜੇ ਇਸ ਵੇਲੇ ਗੱਡੀਆਂ ਆ ਰਹੀਆਂ ਨੇ ਜਾਂ ਜਾ ਰਹੀਆਂ ਨੇ ਸਿਵਲ ਹਸਪੀਟਲ ਜਿੰਨੇ ਵੀ ਕੋਵਿਡ ਸੈਂਟਰਸ ਬਣੇ ਹੋਏ ਆ ਆਲ ਸਪਲਾਈਜ਼ ਜਿਹੜੀਆਂ ਨੇ ਹਾਲੇ ਉਹਨਾਂ ਨੂੰ ਹੀ ਜਾ ਰਹੀਆਂ। ਹੋਰ ਜਿਹੜੇ ਵੀ ਸਾਨੂੰ ਆਦੇਸ਼ ਦਿੱਤੇ ਗਏ ਨੇ ਡੀਸੀ ਸਾਹਿਬ ਵੱਲੋਂ ਤੇ ਡਰੱਗ ਕੰਟਰੋਲਰ ਵੱਲੋਂ ਕਿ ਉਹ ਟਾਈਮ ਟੂ ਟਾਈਮ ਉਹਨੂੰ ਰਿਵਿਊ ਕਰਕੇ ਸਾਨੂੰ ਦੱਸਦੇ ਰਹਿਣਗੇ, ਉਸ ਤਰ੍ਹਾਂ ਅਸੀਂ ਸਪਲਾਈਜ਼ ਦੇ ਰਹੇ ਹਾਂ। ਆਪਾਂ ਅਗਰ ਦਿੱਲੀ ਨੂੰ ਆਪਣੇ ਬਠਿੰਡੇ ਸੂਬੇ ਨਾਲ ਕੰਪੇਅਰ ਕਰੀਏ ਤਾਂ ਬਹੁਤ ਗਲਤ ਹੋਊਗਾ। ਦਿੱਲੀ ਦੀ ਪਾਪੂਲੇਸ਼ਨ ਇਜ਼ ਅ ਹਿਊਜ ਪਾਪੂਲੇਸ਼ਨ। ਆਪਣੇ ਬਠਿੰਡੇ ਦੇ ਵਿੱਚ देयर आर 22 ਕੋਵਿਡ ਸੈਂਟਰਸ ਵਿਚ ਹੈਵ ਬੀਨ ਐਲੋਕੇਟਡ। ਜੇ ਆਪਾਂ 22 ਕੋਵਿਡ ਸੈਂਟਰਸ ਦੀ ਗੱਲ ਕਰੀਏ ਤਾਂ ਵੀ ਹੈਵ ਬੀ ਫਿਲਿੰਗ ਅਰਾਊਂਡ 550 ਸਿਲੰਡਰਸ ਪਰ ਡੇ ਤੇ ਡੈਟ ਆਰ ਮੋਰ ਦੈਨ ਸਫੀਸ਼ੀਐਂਟ। ਮੈਂ ਆਪਣੇ ਸਾਰੇ ਡਾਕਟਰ ਭਰਾਵਾਂ ਨੂੰ ਬੇਨਤੀ ਕਰਨਾ ਚਾਹੂੰਗਾ ਕਿ ਆਪਣੇ ਕੋਲ ਸਟਾਕ ਨਾ ਕਰਨ। ਇਹ ਪਲਾਂਟ 24/7 ਚੱਲ ਰਿਹਾ ਹੈ। ਅਸੀਂ ਤੁਹਾਡੇ ਵਾਸਤੇ ਹਾਜ਼ਰ ਹਾਂ। ਤੁਸੀਂ ਸਿਲੰਡਰ ਭੇਜੋ, ਕੋਈ ਐਮਰਜੈਂਸੀ ਹੋਵੇ ਤੁਸੀਂ ਸਿਲੰਡਰ ਭੇਜੋ, ਅਸੀਂ ਰੀਫਿਲ ਕਰਕੇ ਵਿਦਿਨ ਹਾਫ ਐਨ ਆਵਰ ਤੁਹਾਨੂੰ ਸਿਲੰਡਰ ਦੇਵਾਂਗੇ। 15-20 ਮਿੰਟਸ ਵਿੱਚ ਵੀ ਅਸੀਂ ਦੇ ਰਹੇ ਹਾਂ, ਪਰ ਮੈਂ ਕਹਿੰਦਾ ਵਿਦਿਨ ਹਾਫ ਐਨ ਆਵਰ ਯੂ ਵਿਲ ਗੈਟ ਦ ਸਿਲੰਡਰਸ ਬੈਕ ਇਨ ਯੂਰ ਹਸਪੀਟਲ। ਸੋ ਡੋਂਟ ਕ੍ਰੀਏਟ ਪੈਨਿਕ। ਜਿੰਨੀ ਤੁਹਾਨੂੰ ਰਿਕੁਆਇਰਮੈਂਟ ਹੈ 10 ਸਿਲੰਡਰਸ 20 ਸਿਲੰਡਰਸ ਜਾਂ ਵੱਡੇ ਹਸਪੀਟਲ ਜਿਵੇਂ ਆਦੇਸ਼ ਹੋ ਗਏ ਜਾਂ ਸਿਵਲ ਹਸਪੀਟਲ ਹੋ ਗਏ ਉੱਥੇ ਅਗਰ ਉੱਥੇ ਤੁਹਾਡੀ ਰਿਕੁਆਇਰਮੈਂਟ ਜ਼ਿਆਦਾ ਹੈ ਤੇ ਵੀ ਆਰ ਕੋਪਿੰਗ ਵਿਦ ਡੈਟ। ਜਿੰਨੀ ਰਿਕੁਆਇਰਮੈਂਟ ਡੀਸੀ ਸਾਹਿਬ ਜਾਂ ਉਧਰ ਐਡਮਿਨਿਸਟ੍ਰੇਸ਼ਨ ਤੋਂ ਇੰਸਟਰਕਸ਼ਨਸ ਆ ਰਹੀਆਂ ਨੇ ਅਸੀਂ ਉਹ ਫੁੱਲਫਿਲ ਕਰ ਰਹੇ ਹਾਂ 100%। ਤੁਹਾਡੇ ਵੱਲੋਂ ਫਿਰ ਉਹਦਾ ਰਿਕਾਰਡ ਰੱਖਿਆ ਜਾਂਦਾ ਹੋਵੇਗਾ ਜਿਹੜੇ ਸਿਲੰਡਰ ਸਟਾਕ ਵੀ ਕਰ ਰਹੇ ਨੇ ਉਹਦਾ ਤੁਹਾਨੂੰ ਜਾਣਕਾਰੀ ਹੁੰਦੀ ਹੋਣੀ? ਸਰ ਸਾਨੂੰ ਉੱਪਰੋਂ ਇੰਸਟਰਕਸ਼ਨਸ ਆ ਰਹੀਆਂ ਨੇ ਕਿ ਆਹ ਸਿਲੰਡਰਸ ਇੱਥੇ ਜਾਣੇ ਨੇ, ਉੱਥੇ ਹੀ ਜਾ ਰਹੇ ਨੇ। ਜਿਹੜਾ ਮੇਰੀ ਕੋਈ ਵੀ ਇੱਥੋਂ ਜਿਹੜੀ ਗੱਡੀ ਬਾਹਰ ਜਾ ਰਹੀ ਹੈ ਉੱਥੇ ਐਡਮਿਨਿਸਟ੍ਰੇਸ਼ਨ ਪੂਰਾ ਆਪਣਾ ਬੰਦਾ ਬਿਠਾਇਆ ਹੋਇਆ ਉਹਨਾਂ ਨੇ ਕਿ ਉਹ ਕਿਹੜੇ ਹਸਪੀਟਲ ਜਾ ਰਹੀ ਹੈ, ਕਿੰਨੇ ਸਿਲੰਡਰ ਜਾ ਰਹੇ ਨੇ। ਕੰਪਲੀਟ ਰਿਕਾਰਡ ਇਜ਼ ਬੀਇੰਗ ਮੇਨਟੇਨਡ। ਜਿਹੜੇ ਬਾਕੀ ਜਿਹੜੇ ਜ਼ਿਲ੍ਹੇ ਨੇ ਜਿੱਥੇ ਨਹੀਂ ਇੱਥੇ ਕਿਤੇ ਨੇੜੇ ਜਿਹੜੇ ਤੁਹਾਡੇ ਸਪਲਾਈ ਹੋਣਗੀ ਜਿੱਥੇ ਹਸਪੀਟਲ ਦੇ ਵਿੱਚ ਉੱਥੋਂ ਕਾਲਸ ਆ ਰਹੀਆਂ ਨੇ ਤੁਹਾਨੂੰ? ਸਰ ਬਿਲਕੁਲ ਆ ਰਹੀਆਂ ਨੇ। ਹੁਣ ਜਿਵੇਂ ਇੱਕ ਗੱਡੀ ਸਾਡੀ ਮਾਨਸਾ ਦੀ ਆਈ ਹੈ, ਸਾਡੇ ਕੋਲ ਹੁਣੇ ਡਰੱਗ ਕੰਟਰੋਲਰ ਦਾ ਫੋਨ ਆਇਆ ਕਿ ਮਾਨਸਾ ਐਮਰਜੈਂਸੀ ਹੈ, ਪਹਿਲੇ ਉਹ ਗੱਡੀ ਭਰੀ ਜਾਵੇ ਤੇ ਵੀ ਆਰ ਫਿਲਿੰਗ ਮਾਨਸਾ ਵਾਹੀਕਲ ਫਸਟ। ਉਹਨਾਂ ਦਾ ਇਹ ਚੀਜ਼ ਨਹੀਂ। ਦੇਖੋ ਸਾਰੇ ਆਪਾਂ ਉਹਨਾਂ ਵਾਸਤੇ ਸਿਚੁਏਸ਼ਨ ਨੂੰ ਬਹੁਤ ਅੱਛੇ ਤਰੀਕੇ ਨਾਲ ਕੰਟਰੋਲ ਤੇ ਮੋਨੀਟਰ ਕੀਤਾ ਜਾ ਰਿਹਾ ਹੈ। ਦ ਓਨਲੀ ਥਿੰਗ ਇਜ਼ ਮੈਂ ਫਿਰ ਆਪਣੇ ਸਾਰੇ ਭਰਾਵਾਂ ਨੂੰ ਕਹੂੰਗਾ ਡਾਕਟਰ ਫ੍ਰੈਟਰਨਿਟੀ ਨੂੰ ਖਾਸ ਕਰ ਕਿ ਪਲੀਜ਼ ਪੈਨਿਕ ਨਾ ਹੋਵੋ। ਪਹਿਲੇ ਸਾਡੇ ਮਾਲਵਾ ਬੈਲਟ ਦੇ ਵਿੱਚ ਕੋਈ ਵੀ 에ਅਰ ਸੈਪਰੇਸ਼ਨ ਯੂਨਿਟ ਨਹੀਂ ਸੀ। ਇੱਥੇ ਜਿੰਨੇ ਵੀ 3-4 ਯੂਨਿਟ ਸੀ ਉਹ ਸਾਰੇ ਬੋਟਲਿੰਗ ਕਰਦੇ ਸੀ ਬਾਹਰੋਂ ਲਿਕੁਇਡ ਲਿਆ ਕੇ। ਹੁਣ ਅਸੀਂ ਇੱਥੇ ਹੀ ਆਕਸੀਜਨ ਬਣਾ ਰਹੇ ਹਾਂ, ਇੱਥੇ ਹੀ ਰੀਫਿਲ ਹੋ ਰਹੀ ਹੈ। ਵੀ ਆਰ ਨਾਟ ਪਰਚੇਜ਼ਿੰਗ ਫਰੋਮ ਐਨੀਵੇਅਰ। ਸੋ ਇਹ ਜਿਹੜਾ ਪ੍ਰੋਜੈਕਟ ਹੈ ਦਿਸ ਇਜ਼ ਡੈਡੀਕੇਟਿਡ ਫॉर ਆਵਰ ਬਠਿੰਡਾ ਫਰਟੀਨਿਟੀ। ਪਹਿਲੇ ਬਠਿੰਡਾ ਫਿਰ ਉਸ ਤੋਂ ਬਾਅਦ ਜਿਵੇਂ ਜਿਵੇਂ ਡੀਸੀ ਸਾਹਿਬ ਦੇ ਆਰਡਰ ਆਉਂਦੇ ਰਹਿਣਗੇ ਅਸੀਂ ਉਸ ਤਰ੍ਹਾਂ ਸਪਲਾਈਜ਼ ਮੇਨਟੇਨ ਕਰੀ ਜਾਵਾਂਗੇ। ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਲੋਕਾਂ ਦੇ ਵਿੱਚ ਇੱਕ ਖੌਫ ਜ਼ਰੂਰ ਬਣਿਆ ਹੋਇਆ ਹੈਗਾ ਕਿ ਆਕਸੀਜਨ ਦੀ ਸਪਲਾਈ ਘਟ ਜਾਣੀ ਹੈਗੀ ਤੇ ਪਤਾ ਨਹੀਂ ਕਿਸ ਤਰੀਕੇ ਦੀ ਸਥਿਤੀ ਬਣ ਜਾਣੀ ਹੈਗੀ। ਇਸ ਨੂੰ ਲੈ ਕੇ ਹੁਣ ਤੁਹਾਡੇ ਵੱਲੋਂ ਇਹ ਕਿਤੇ ਨਾ ਕਿਤੇ ਰਾਹਤ ਭਰੀ ਇੱਕ ਖਬਰ ਅਸੀਂ ਕਹਿ ਸਕਦੇ ਹਾਂ ਕਿ ਹੁਣ ਘਬਰਾਉਣ ਦੀ ਲੋੜ ਨਹੀਂ ਹੈਗੀ ਕਿ ਸਿਲੰਡਰ ਜਿਹੜੇ ਹੈਗੇ ਤੁਹਾਡੇ ਵੱਲੋਂ ਮੁਕੰਮਲ ਤੌਰ ਦੇ ਉੱਤੇ ਭੇਜੇ ਜਾ ਰਹੇ ਨੇ ਹਸਪਤਾਲਾਂ ਦੇ ਵਿੱਚ। ਤੇ ਇਸ ਦੇ ਵਿੱਚ ਹੁਣ ਫਿਊਚਰ ਦੀ ਗੱਲ ਕਰੀਏ ਤਾਂ ਜੇਕਰ ਸਥਿਤੀ ਦੀ ਲੋੜ ਪੈਂਦੀ ਹੈ ਤਾਂ ਕੀ ਇਸ ਨੂੰ ਆਪਾਂ ਵਧਾਉਣਾ ਚਾਹੀਏ? ਇਸ ਪਲਾਂਟ ਦੀ ਕਪੈਸਿਟੀ ਨੂੰ ਤਾਂ ਉਹ ਵਧਾ ਵੀ ਸਕਦੇ ਨੇ ਸਿਲੰਡਰ? ਸਰ ਦੇਖੋ ਪਲਾਂਟ ਦੀ ਕਪੈਸਿਟੀ ਤਾਂ ਉਨੀ ਹੀ ਰਹੇਗੀ, ਬਟ ਅੱਜ ਡੀਸੀ ਸਾਹਿਬ ਨੇ ਇੱਕ ਨਿਰਦੇਸ਼ ਦਿੱਤਾ ਹੈ ਕਿ ਇਮੀਡੀਏਟਲੀ 1000 ਸਿਲੰਡਰ ਦਾ ਬਫਰ ਸਟਾਕ ਰੱਖਿਆ ਜਾਊਗਾ। ਉਹ 1000 ਸਿਲੰਡਰ ਅਸੀਂ ਭਰ ਕੇ ਰੱਖਾਂਗੇ। ਉਹ ਇਨ ਕੇਸ ਆਫ ਐਨੀ ਐਮਰਜੈਂਸੀ ਕੋਈ ਇਹੋ ਜਿਹਾ ਪੈਨਾਡੈਮਿਕ ਆ ਜਾਂਦਾ ਹੈ ਕਿ ਕਿਸੇ ਨੂੰ ਜਿਵੇਂ ਅਗਰ ਇਮੀਡੀਏਟਲੀ 50 ਸਿਲੰਡਰ ਦੀ ਲੋੜ ਪੈ ਜਾਂਦੀ ਹੈ, 40 ਸਿਲੰਡਰ ਦੀ ਲੋੜ ਪੈ ਜਾਂਦੀ ਹੈ, 100 ਸਿਲੰਡਰ ਦੀ ਲੋੜ ਪੈ ਜਾਂਦੀ ਹੈ ਤਾਂ ਇਮੀਡੀਏਟਲੀ ਉਹ ਬਫਰ ਸਟਾਕ 'ਚੋਂ ਉਹਨੂੰ ਅਸੀਂ ਫੁੱਲਫਿਲ ਕਰਾਂਗੇ। ਤੇ ਕੋਈ ਪੈਨਿਕ ਸਿਚੁਏਸ਼ਨ ਨਹੀਂ ਹੈ ਇਸ ਵੇਲੇ ਬਠਿੰਡਾ ਦੇ ਆਸ-ਪਾਸ। ਮੇਰੇ ਹਿਸਾਬ ਨਾਲ ਸਿਰਫ ਸਾਰੇ ਮਿਲ ਕੇ ਇਸ ਪੈਨੀਡੈਮਿਕ ਤੋਂ ਆਪਾਂ ਬਾਹਰ ਨਿਕਲਣਾ ਹੈ। ਸਟਾਕ ਨਾ ਕਰੋ। ਜਿੰਨੀ ਰਿਕੁਆਇਰਮੈਂਟ ਹੈ ਐਗਜ਼ੈਕਟਲੀ ਐਡਮਿਨਿਸਟ੍ਰੇਸ਼ਨ ਨੂੰ ਦੱਸੋ। ਐਗਜ਼ੈਕਟ ਰਿਕੁਆਇਰਮੈਂਟ ਦੱਸੋਗੇ ਉਨੀ ਐਡਮਿਨਿਸਟ੍ਰੇਸ਼ਨ ਈਜ਼ੀਲੀ ਪੂਰੀ ਕਰੂਗੀ। ਮੇਰਾ ਭਰੋਸਾ ਮਤਲਬ ਹੈ ਤੇ ਮੈਂ ਵੀ ਦੱਸਣਾ ਚਾਹੁੰਦਾ ਸਾਰਿਆਂ ਨੂੰ ਕਿ ਜਿਹੜੀ ਇੱਥੋਂ ਦੀ ਟੀਮ ਹੈ ਦੇ ਆਰ ਵਰਕਿੰਗ 24/7 ਟੂ ਇਨਸ਼ੋਰ that oxygen is being delivered to hospitals with safety also and in abundance also। ਜਿਹੜੇ ਸਿਲੰਡਰ ਨੇ ਇਹਦੇ ਵਿੱਚ ਕਮਰਸ਼ੀਅਲ ਜਾਂ ਜਿੱਦਾਂ ਇਹਨਾਂ ਦੀ ਕੋਈ ਜਿਹੜੇ
ਫੈਕਟਰੀਜ਼ ਦੇ ਵਿੱਚ ਜਿੱਦਾਂ ਯੂਜ਼ ਹੁੰਦੇ ਨੇ ਉਹਨਾਂ ਦੀ ਕੋਈ ਡਿਫਰੈਂਸ਼ੀਏਟ ਵੀ ਹੈ, ਇਹਨਾਂ ਦੀ ਕਿੱਦਾਂ ਇਹ ਪਛਾਣ ਕੀਤੀ ਜਾਂਦੀ ਹੈ ਇਹਨਾਂ ਸਿਲੰਡਰਾਂ ਨੂੰ, ਤੇ ਕਿੰਨੀ ਗੈਸ ਇਹਨਾਂ ਸਿਲੰਡਰ ਦੇ ਵਿੱਚ ਫਿਲ ਕੀਤੀ ਜਾਂਦੀ ਹੈ ਕਿ ਉਹ ਵੀ ਜਾਣਕਾਰੀ ਦੇ ਦਿਓ। ਸਰ ਜਿਵੇਂ ਆ ਆਪਾਂ ਸਿਲੰਡਰ ਦਾ ਲੋਡ ਦੇਖ ਰਹੇ ਨੇ, ਆ ਸਾਰੇ ਮੈਡੀਕਲ ਦੇ ਸਿਲੰਡਰਸ ਨੇ। ਇਹ ਪਛਾਣ ਕਿੱਦਾਂ ਹੋਏਗੀ? ਇੱਕ ਵਾਰ ਕੈਮਰਾਮੈਨ ਨੂੰ ਕਹਿਣਾ ਕਿ ਮੈਂ ਇਸ ਨੂੰ ਨਜ਼ਦੀਕ ਤੋਂ ਦਿਖਾ ਦੇਣ ਇੱਕ ਵਾਰ। ਸਰ ਇਹ ਪਹਿਲੇ ਡਿਫਰੈਂਸ਼ਨ ਸੀਗਾ ਕੋਵਿਡ ਤੋਂ ਪਹਿਲਾਂ, ਗਵਰਨਮੈਂਟ ਨੇ ਰੈਗੂਲਰਾਈਜ਼ ਕੀਤਾ ਸੀ ਵਾਲ ਨੂੰ ਦੇਖ ਕੇ। ਆ ਜਿਵੇਂ ਪਿੱਤਲ ਦਾ ਵਾਲ ਹੈ ਜਿਹਨੂੰ ਆਪਾਂ ਬਰਾਸ ਵਾਲ ਕਹਿੰਦੇ ਆ, ਦਿਸ ਇਜ਼ ਬੇਸਿਕਲੀ ਫॉर ਇੰਡਸਟਰੀਅਲ ਯੂਜ਼। ਇੱਕ ਨਿਕਲ ਕੋਟਡ ਵਾਲ ਹੁੰਦਾ ਹੈ ਸਿਲਵਰ ਕਲਰ ਦਾ, ਤੁਸੀਂ ਇਹ ਦੇਖ ਰਹੇ ਹੋ, ਦਿਸ ਇਜ਼ ਰੈਗੂਲੇਟਡ ਫॉर ਮੈਡੀਕਲ ਯੂਜ਼। ਬਟ ਹੁਣ ਕੋਵਿਡ ਦੀ ਰਿਸਟ੍ਰਿਕਸ਼ਨ ਦੇ ਵਿੱਚ ਆਪਾਂ ਨੂੰ ਡਿਮਾਂਡ ਸਿਲੰਡਰ ਦੀ ਰੋਟੇਸ਼ਨ ਜ਼ਿਆਦਾ ਚਾਹੀਦੀ ਹੈ, ਹਰ ਚੀਜ਼ ਹੈ। ਗਵਰਨਮੈਂਟ ਨੇ ਸਟ੍ਰਿਕਟ ਕਰਤਾ, ਨੋ ਸਪਲਾਈਜ਼ ਵਿਲ ਬੀ ਮੇਕ ਟੂ ਇੰਡਸਟਰੀਅਲ। ਸਾਰੇ ਇੰਡਸਟਰੀਅਲ ਸਿਲੰਡਰ ਵੀ ਮੈਡੀਕਲ 'ਚ ਕਨਵਰਟ ਕੀਤੇ ਜਾ ਰਹੇ ਨੇ। ਸੋ ਅਸੀਂ ਸਾਰੇ ਜਿੰਨੇ ਵੀ ਇੰਡਸਟਰੀਅਲ ਸਿਲੰਡਰ ਹੈ ਉਹਨੂੰ ਮੈਡੀਕਲ 'ਚ ਕਨਵਰਟ ਕਰ ਕਰਕੇ ਵੀ ਅਸੀਂ ਹਸਪੀਟਲਸ ਭੇਜ ਰਹੇ ਹਾਂ। ਇੰਡਸਟਰੀਅਲ ਨੂੰ ਬਿਲਕੁਲ ਵੀ ਸਪਲਾਈ ਨਹੀਂ ਦਿੱਤੀ? ਬਿਲਕੁਲ ਨਹੀਂ ਹੋ ਰਹੀ ਸਰ। ਸਟਾਕ ਵੀ ਰੱਖ ਦਿੰਦੇ ਹੋ ਤੁਸੀਂ? ਕਿੰਨਾ ਸਟਾਕ ਤੁਹਾਡੇ ਕੋਲ ਪਿਆ ਹੈਗਾ ਇਸ ਵੇਲੇ ਜੇ ਕੋਈ ਐਮਰਜੈਂਸੀ ਹੁੰਦੀ ਹੈ? ਸਰ ਇਸ ਵੇਲੇ ਸਾਡੇ ਕੋਲ ਜਿਹੜਾ ਅਰਾਊਂਡ 200 ਸਿਲੰਡਰ ਅਸੀਂ ਬਫਰ 'ਚ ਰੱਖਿਆ ਹੋਇਆ ਹੈ ਇਨ ਕੇਸ ਆਫ ਐਨੀ ਐਮਰਜੈਂਸੀ। ਤਾਂ ਤੁਸੀਂ ਵੇਖੋ ਕਿ ਇਸ ਵੇਲੇ ਬਠਿੰਡਾ ਦੇ ਵਿੱਚ ਅਸੀਂ ਇੱਕ ਪਲਾਂਟ ਦੇ ਵਿੱਚ ਖੜੇ ਹਾਂ ਤੇ ਉਸ ਪਲਾਂਟ ਦੇ ਵਿੱਚ ਆਕਸੀਜਨ ਫਿਲ ਹੋ ਰਹੀ ਹੈ ਸਿਲੰਡਰਾਂ ਦੇ ਵਿੱਚ। ਤੇ ਜਿਹੜੀ ਸਿਚੁਏਸ਼ਨ ਅਸੀਂ ਹੋਰ ਸਟੇਟਾਂ ਦੇ ਵਿੱਚ ਵੇਖ ਰਹੇ ਹਾਂ, ਜਿੱਦਾਂ ਦਿੱਲੀ ਦੇ ਵਿੱਚ ਇਹ ਸਥਿਤੀ ਸਾਹਮਣੇ ਆਈ ਸੀਗੀ ਕਿ ਹਸਪੀਟਲ ਦੇ ਵਿੱਚ ਆਕਸੀਜਨ ਦੇ ਸਿਲੰਡਰ ਖਤਮ ਹੋ ਗਏ ਨੇ ਤੇ ਉਸ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਚਿੰਤਾਜਨਕ ਮਾਹੌਲ ਬਣਿਆ ਹੋਇਆ ਹੈਗਾ। ਤਾਂ ਉਸੇ ਨੂੰ ਲੈ ਕੇ ਇਹ ਸਥਿਤੀ ਅਸੀਂ ਤੁਹਾਨੂੰ ਪੰਜਾਬ ਦੇ ਵਿੱਚ ਵਿਖਾ ਰਹੇ ਹਾਂ। ਇਹ ਸਥਿਤੀ ਤੁਹਾਨੂੰ ਅਸੀਂ ਬਠਿੰਡਾ ਦੇ ਵਿੱਚ ਦਿਖਾ ਰਹੇ ਹਾਂ ਤੇ ਜਿੱਥੇ ਜਿਹੜਾ ਬਠਿੰਡਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਇਹ ਹਦਾਇਤਾਂ ਦਿੱਤੀਆਂ ਗਈਆਂ ਸੀਗੀਆਂ ਕਿ ਬਠਿੰਡਾ ਦੇ ਵਿੱਚ ਇਹ ਪਲਾਂਟ ਹੋਣਾ ਚਾਹੀਦਾ ਤੇ ਉਹ ਬਠਿੰਡਾ ਤੋਂ ਪਲਾਂਟ ਖੁੱਲ੍ਹ ਗਿਆ ਹੈਗਾ। ਹੁਣ 2 ਦਿਨ ਹੋ ਚੁੱਕੇ ਨੇ ਇਸ ਪਲਾਂਟ ਨੂੰ ਖੁੱਲ੍ਹੇ ਹੋਏ ਨੂੰ ਤੇ ਜਿੱਥੇ ਰੋਜ਼ਾਨਾ 500 ਤੋਂ ਲੈ ਕੇ 600 ਸਿਲੰਡਰ ਦੀ ਪ੍ਰੋਡਕਸ਼ਨ ਹੋ ਰਹੀ ਹੈ, ਰੀਫਿਲ ਹੋ ਰਹੇ ਨੇ ਆਕਸੀਜਨ ਸਿਲੰਡਰ ਜਿਹੜੇ ਉਹ ਇੱਥੇ ਫਿਲ ਹੋ ਰਹੇ ਨੇ। ਤੇ ਇਹ ਜਿਹੜੇ ਹਸਪੀਟਲਸ ਨੇ ਉਹਨਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਉਹਨਾਂ ਦੀ ਸਾਰੀਆਂ ਜ਼ਰੂਰਤਾਂ ਫੁੱਲਫਿਲ ਹੋਣਗੀਆਂ, ਪਰ ਸਟਾਕ ਨਾ ਕੀਤਾ ਜਾਵੇ। ਇਹ ਸਥਿਤੀ ਇਸ ਵੇਲੇ ਅਸੀਂ ਤੁਹਾਨੂੰ ਬਠਿੰਡਾ ਦੇ ਦੱਸ ਰਹੇ ਹਾਂਗੇ। ਬਠਿੰਡਾ ਦੇ ਵਿੱਚ ਜਿਹੜੀ ਅਸੀਂ ਤੁਹਾਨੂੰ ਇਹ ਸਾਰੀ ਗੱਲਬਾਤ ਤੁਹਾਡੇ ਸਾਹਮਣੇ ਰੱਖੀ ਹੈਗੀ। ਆਕਸੀਜਨ ਦੇ ਸਿਲੰਡਰ ਦੀ ਕਮੀ ਕਿਵੇਂ ਪੂਰੀ ਹੋ ਰਹੀ ਆ, ਇਸ ਨੂੰ ਲੈ ਕੇ ਲਗਾਤਾਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਮੇਰੇ ਨਾਲ ਡਰੱਗ ਇੰਸਪੈਕਟਰ ਮੌਜੂਦ ਨੇ ਤੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਨੇ ਆ। ਰਮਨਦੀਪ ਗੁਪਤਾ ਜੀ, ਸਰ ਇਹ ਜੋ ਫਿਲਿੰਗ ਸਟੇਸ਼ਨ ਬਣਾਇਆ ਗਿਆ, ਜਿੱਦਾਂ ਕਿਸ ਤਰੀਕੇ ਦੇ ਨਾਲ ਤੁਹਾਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ, ਕਿੱਦਾਂ ਇਸ ਤੁਸੀਂ ਵਰਕ ਕਰ ਰਹੇ ਹੋ? ਸਰ ਇਹ ਜਿਹੜਾ ਹੈਗਾ, ਦਿਸ ਇਜ਼ ਅ ਨਿਊ ਫਿਲਿੰਗ ਗੈਸ ਆਕਸੀਜਨ ਫਿਲਿੰਗ ਸਟੇਸ਼ਨ। ਇਹ 에ਅਰ ਸੈਪਰੇਸ਼ਨ ਯੂਨਿਟ ਹੈਗਾ ਤੇ ਇਹ ਹਜੇ ਟੈਸਟਿੰਗ ਫੇਜ਼ ਦੇ ਵਿੱਚ ਹੈ। ਵੀ ਹੈਵ ਸਟਾਰਟ, ਇਹਨਾਂ ਨੇ ਹਜੇ ਟੈਸਟਿੰਗ ਕਰ ਰਹੇ ਆ ਤਾਂ ਜਲਦੀ ਇਹ ਆਪਰੇਸ਼ਨਲ ਹੋ ਜਾਏਗਾ। ਐਂਡ ਆਈ ਥਿੰਕ ਜਿਹੜੀ ਹੈਗੀ ਆਕਸੀਜਨ ਦੀ ਡਿਮਾਂਡ ਹੈ ਉਹਨੂੰ ਐਡਮਿਨਿਸਟ੍ਰੇਸ਼ਨ ਮੈਨੇਜ ਕਰ ਪਾਏਗੀ। ਜਿੱਦਾਂ ਸਰ ਹਸਪੀਟਲਸ ਦੇ ਵਿੱਚ ਵੈਸੇ ਤਾਂ ਸਿਚੁਏਸ਼ਨ ਨੂੰ ਦੇਖਦੇ ਹਾਂ ਕਿ ਕੋਈ ਇਹੋ ਜਿਹੀ ਦਿੱਕਤ ਨਹੀਂ ਹੈਗੀ ਕਿ ਜਿੱਥੇ ਆਕਸੀਜਨ ਦੀ ਜ਼ਿਆਦਾ ਵੱਡੀ ਰਿਕੁਆਇਰਮੈਂਟ ਹੋਵੇ, ਪਰ ਕਈ ਹਸਪੀਟਲ ਦੇ ਵਿੱਚ ਜੇਕਰ ਸਟਾਕ ਕੀਤਾ ਜਾਂਦਾ ਤਾਂ ਤੁਹਾਡੇ ਵੱਲੋਂ ਕੋਈ ਐਕਸ਼ਨ ਵੀ ਲਿਆ ਜਾਵੇ? ਆਲਰੇਡੀ ਸਾਡੇ ਜਿਹੜੀ ਬਾਕੀ ਡਰੱਗ ਇੰਸਪੈਕਟਰ ਦੀ ਜਿਹੜੀ ਟੀਮ ਹੈਗੀ ਹੈ ਉਹ ਸ਼ਹਿਰ ਦੇ ਵਿੱਚ ਵੱਖ-ਵੱਖ ਹਸਪੀਟਲਸ ਦੀ ਰਾਊਂਡ ਕਰ ਰਹੇ ਆ, ਜਿਹਦੇ ਵਿੱਚ ਉੱਥੇ ਰੈਸ਼ਨਲ ਯੂਜ਼ ਆਫ ਆਕਸੀਜਨ ਐਂਡ ਜਿਹੜਾ ਹੈਗਾ ਕਿੰਨਾ ਉਹਨਾਂ ਦੇ ਪੇਸ਼ੈਂਟ ਨੇ ਉਸ ਅਕੋਰਡਿੰਗ ਕਿੰਨੀ ਆਕਸੀਜਨ ਚਾਹੀਦੀ ਹੈ ਉਹਦਾ ਅੰਦਾਜ਼ਾ ਲਾ ਕੇ ਉਹਨੂੰ ਇੱਕ ਬੈਸਟ ਪੋਸੀਬਲ ਤਰੀਕੇ ਨਾਲ ਸਿਨੈਰੀਓ ਨੂੰ ਮੈਨੇਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿੱਦਾਂ ਹੁਣ ਸਰਕਾਰੀ ਹਸਪੀਟਲਸ ਦੇ ਵਿੱਚ ਪਹਿਲਾਂ ਨਾਰਮਲ ਦਿਨਾਂ ਦੇ ਵਿੱਚ 10 ਤੋਂ 10 ਕੁ ਸਿਲੰਡਰ ਦੀ ਰਿਕੁਆਇਰਮੈਂਟਸ ਹੁੰਦੀ ਸੀਗੀ ਬੇਸਿਕਲੀ, ਤੇ ਹੁਣ ਕਿੰਨੇ ਸਿਲੰਡਰ ਜਿਹੜੇ ਨੇ ਰਿਕੁਆਇਰਮੈਂਟਸ ਜਾ ਰਹੀ ਹੈ? ਸਰ ਦੇਖੋ ਪੇਸ਼ੈਂਟ ਟੂ ਪੇਸ਼ੈਂਟ ਦੇ ਅਕੋਰਡਿੰਗ ਵੇਰੀ ਕਰਦੀ ਹੈ ਤੇ ਉਹਦੇ 'ਚ ਵੀ ਲੈਵਲ 2 ਲੈਵਲ 3 ਤਰ੍ਹਾਂ ਦੇ ਪੇਸ਼ੈਂਟਸ ਹੁੰਦੇ ਆ। ਉਹ ਆਰਡਰਡ ਉਹ ਡਾਕਟਰਸ ਦਾ ਜਿਹੜਾ ਹੈਗਾ ਇੱਕ ਖੁਦ ਦਾ ਕਲੀਨਿਕਲ ਜਜਮੈਂਟ ਹੈਗਾ, ਉਹਦੇ ਵਿੱਚ ਮੈਂ ਕਮੈਂਟ ਨਹੀਂ ਕਰ ਸਕਦਾ। ਆਈ ਐਮ ਨਾਟ ਟੈਕਨੀਕਲ ਇਨਫ ਟੂ ਕਮੈਂਟ ਔਨ ਦਾ ਕਿ ਕਿੰਨੀ ਆਕਸੀਜਨ ਦੀ ਰਿਕੁਆਇਰਮੈਂਟ ਹੈਗੀ ਹੈ। ਬਟ ਓਵਰਆਲ ਜਿਹੜਾ ਹੈਗਾ ਆਕਸੀਜਨ ਦੀ ਸਿਚੁਏਸ਼ਨ ਵੀ ਆਰ ਟਰਾਈਂਗ ਟੂ ਮੈਨੇਜ ਐਂਡ ਮੈਨੂੰ ਲੱਗਦਾ ਕਿ ਐਡਮਿਨਿਸਟ੍ਰੇਸ਼ਨ ਜਿਹੜੀ ਹੈਗੀ ਹੈ ਮਦਦ ਕਰਕੇ ਕੋਆਰਡੀਨੇਟ ਇਹਨੂੰ ਕਰ ਲੂਗੀ ਮੈਨੇਜ।